ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਸਿੰਘ ਭੱਟੀ। ਦੋਸਤੋ 20 ਸਤੰਬਰ 2020 ਰਾਜ ਸਭਾ 'ਚ 3 ਅਧਿਆਦੇਸ਼ ਪਾਸ ਹੋ ਗਏ। ਰਾਜ ਸਭਾ 'ਚ ਹੰਗਾਮਾ ਹੋ ਰਿਹਾ ਸੀ, ਪਰ ਹੰਗਾਮੇ ਦੇ ਦੌਰਾਨ ਸਾਡੇ ਸਭਾਪਤੀ ਜੀ ਨੇ ਧੁਨੀ ਵੋਟ ਦੁਆਰਾ 3 ਦੇ 3 ਅਧਿਆਦੇਸ਼ ਪਾਸ ਕਰ ਦਿੱਤੇ। ਹੁਣ ਇਹ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਅਧਿਨਿਯਮ ਬਣ ਜਾਣਗੇ। ਦੋਸਤੋ ਪੰਜਾਬ ਤੇ ਹਰਿਆਣੇ ਦੇ ਕਿਸਾਨ ਸੜਕਾਂ 'ਤੇ ਉਤਰੇ ਹੋਏ ਆ। ਇਹਨਾਂ ਅਧਿਨਿਯਮ ਦਾ, ਇਹਨਾਂ ਅਧਿਆਦੇਸ਼ਾਂ ਦਾ ਵਿਰੋਧ ਕਰ ਰਹੇ ਆ, ਪਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਇਹ ਕਹਿ ਰਹੇ ਆ ਕਿ ਇਹ ਅਧਿਨਿਯਮ, ਇਹ ਅਧਿਆਦੇਸ਼ ਬੜੇ ਕ੍ਰਾਂਤੀਕਾਰੀ ਆ, ਕਿਸਾਨਾਂ ਲਈ ਬੜੇ ਫਾਇਦੇਮੰਦ ਹੋਣਗੇ। ਦੋਸਤੋ ਸੋਚਣ ਜਾਂ ਵਿਚਾਰਨਯੋਗ ਚੀਜ਼ ਇਹ ਆ ਕਿ ਸਾਡੇ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕ੍ਰਾਂਤੀਕਾਰੀ ਆ ਉਹਨਾਂ ਵਾਸਤੇ ਜਾਂ ਫਿਰ ਸਾਡੇ ਪ੍ਰਧਾਨ ਮੰਤਰੀ ਜੀ ਨੂੰ। ਨਹੀਂ, ਖੈਰ ਸਾਡੇ ਪ੍ਰਧਾਨ ਮੰਤਰੀ ਜੀ ਬੜੇ ਮਾਣਯੋਗ ਨੇ, ਬੜੇ ਪੜ੍ਹੇ ਲਿਖੇ ਨੇ, ਬੜੇ ਸਮਝਦਾਰ ਨੇ, ਉਹ ਮਿਸਟੇਕ ਨਹੀਂ ਕਰ ਸਕਦੇ। ਤਾਂ ਦਿੱਕਤ ਕੀ ਆ, ਆਪਾਂ ਦੋਸਤੋ ਕੋਸ਼ਿਸ਼ ਕਰਾਂਗੇ ਇਹਨਾਂ ਅਧਿਨਿਯਮ ਨੂੰ ਵਿਚਾਰਨ ਦੀ ਕਿ ਅਕਸਰ ਦਿੱਕਤ ਕੀ ਆ। ਸਭ ਤੋਂ ਫਸਟ ਅਧਿਨਿਯਮ ਮੇਰੇ ਹੱਥ 'ਚ ਆ, ਜਿਹਦੇ ਅਧੀਨ ਇਹ ਕਹਿ ਰਿਹਾ ਕਿ ਕਿਸਾਨ ਆਪਣੀ ਜਿਹੜੀ ਉਪਜ ਆ ਉਹ ਕਿਤੇ ਵੀ ਜਾ ਕੇ ਵੇਚ ਸਕਦਾ ਵਾ, ਮੰਡੀ ਤੋਂ ਬਾਹਰ। ਕਾਰਨ ਇਹ ਦੱਸ ਰਿਹਾ ਕਿ ਮੰਡੀ 'ਚ ਟੈਕਸ ਪੈਂਦੇ ਸੀਗੇ, ਤਾਂ ਹੁਣ ਕਿਸਾਨ ਟੈਕਸ ਫ੍ਰੀ ਹੋ ਕੇ ਆਪਦੀ ਜਿਹੜੀ ਉਹ ਉਪਜਾ ਵੇਚ ਸਕਦਾ ਵਾ। 2 ਸ਼ਬਦ ਇਹਨਾਂ ਨੇ ਇਸ ਦਸਤਾਵੇਜ਼ 'ਚ ਪਾਏ ਨੇ, ਇੱਕ ਇੰਟਰਸਟੇਟ, ਦੂਜਾ ਇੰਟਰਾਸਟੇਟ। ਇੰਟਰਸਟੇਟ ਸਟੇਟ ਟੂ ਸਟੇਟ, ਪੰਜਾਬ ਤੋਂ ਬਿਹਾਰ, ਪੰਜਾਬ ਤੋਂ ਯੂਪੀ, ਪੰਜਾਬ ਤੋਂ ਝਾਰਖੰਡ, ਪੰਜਾਬ ਤੋਂ ਵਟਐਵਰ, ਜਿਹੜੀ ਮਰਜ਼ੀ ਸਟੇਟ, ਦੈਟ ਇਜ਼ ਇੰਟਰਸਟੇਟ। ਇੰਟਰਾਸਟੇਟ ਦੋਸਤੋ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੇ ਸੰਦਰਭ 'ਚ ਹੀ ਗੱਲਬਾਤ ਕਰ ਲਾਂਗੇ। ਤਾਂ ਪੰਜਾਬ ਦੇ ਵਿੱਚ ਦੈਟ ਇਜ਼ ਇੰਟਰਾਸਟੇਟ, ਕਿਸਾਨ ਜਿੱਥੇ ਚਾਹੇ ਆਪਣੀ ਜਿਹੜੀ ਉਪਜ ਆ ਵੇਚ ਸਕਦਾ ਵਾ। ਪਰ ਦੋਸਤੋ ਇਹ ਪ੍ਰੋਵੀਜ਼ਨ ਤਾਂ ਹੈਗੀ ਸੀ, ਕਿਸਾਨ ਜਿੱਥੇ ਚਾਹੇ ਆਪਣੀ ਉਪਜ ਵੇਚ ਸਕਦਾ, ਉਹ ਮੰਡੀ ਚਾਹੇ ਮੰਡੀ ਵੇਚ ਸਕਦਾ, ਜੇ ਬਾਹਰ ਵੇਚਣੀ ਆ ਤਾਂ ਬਾਹਰ ਵੇਚ ਸਕਦਾ ਵਾ। ਪਰ ਮੰਡੀ 'ਚ ਸਰਕਾਰ ਬਾਉਂਡ ਸੀ ਕਿ ਸਰਕਾਰ ਨੂੰ ਜਿਹੜੀ ਉਪਜ ਆ ਉਹ ਖਰੀਦਣੀ ਹੀ ਪੈਂਦੀ ਸੀ। ਤਾਂ ਇਹਨਾਂ ਦੇ ਇਹਦੇ ਸੰਦਰਭ 'ਚ ਨਾ ਐਕਟ 'ਚ ਨਵਾਂ ਕੀ ਆ, ਨਵਾਂ ਆਪਾਂ ਦੇਖ ਸਕਦੇ ਹਾਂ ਕਿ ਸੈਕਸ਼ਨ 4 ਸਬਸੈਕਸ਼ਨ 1, ਸੈਕਸ਼ਨ 4 ਸਬਸੈਕਸ਼ਨ 1 ਇਹਦਾ ਇਹ ਕਹਿੰਦੇ ਆ ਕਿ ਕਿਸਾਨ ਕਿਸੇ ਵੀ ਕੰਪਨੀ, ਕਿਸੇ ਵੀ ਸੁਸਾਇਟੀ ਨੂੰ ਜਿਹੜੀ ਆਪਦੀ ਉਪਜ ਆ ਉਹ ਵੇਚ ਸਕਦਾ ਵਾ। ਇਸ ਤੋਂ ਅੱਗੇ ਸੈਕਸ਼ਨ 4 ਸਬਸੈਕਸ਼ਨ 3 ਇਹ ਪ੍ਰੋਵੀਜ਼ਨ ਕਰਦਾ ਕਿ ਜੇ ਉਹ ਕੰਪਨੀ ਕਿਸਾਨ ਦੀ ਉਪਜ ਖਰੀਦ ਲੈਂਦੀ ਆ, ਜਾਂ ਤਾਂ ਉਸੇ ਟਾਈਮ ਜਾਂ ਫਿਰ ਉਹਦੇ 3 ਦਿਨਾਂ ਦੇ ਅੰਦਰ ਉਹਨੂੰ ਕਿਸਾਨ ਨੂੰ ਪੇਮੈਂਟ ਕਰਨੀ ਹੀ ਪੈਣੀ। ਦੇਖਿਆ ਜਾਵੇ ਤਾਂ ਦਿਸ ਇਜ਼ ਅ ਪੋਜ਼ੀਟਿਵ, ਕਿ ਕਿਸਾਨ ਨੂੰ ਉਹਦੀ ਉਪਜ ਦਾ ਰੇਟ ਉਸੇ ਵਕਤ ਜਾਂ 3 ਦਿਨਾਂ ਦੇ ਅੰਦਰ ਪ੍ਰਾਪਤ ਹੋ ਰਿਹਾ ਵਾ। ਇਹ ਤਾਂ ਪੋਜ਼ੀਟਿਵ ਆ। ਫਿਰ ਇਹਦੇ 'ਚ ਨੈਗੇਟਿਵ ਕੀ ਆ ਗਿਆ, ਅੱਗੇ ਆਉਂਦੇ ਆ। ਅੱਗੇ ਜਿਹੜੀ ਮੇਨ ਚੀਜ਼ ਇਹਨਾਂ ਨੇ ਕੀਤੀ ਆ, ਹਰੇਕ ਸਟੇਟ ਦਾ ਇੱਕ APMC ਐਕਟ ਹੁੰਦਾ ਸੀ ਜਿਹਦੇ ਅਧੀਨ ਮੰਡੀਆਂ ਹੁੰਦੀਆਂ ਸੀ। ਉਸ ਮੰਡੀ 'ਚੋਂ ਕੁਛ ਟੈਕਸ ਵੀ ਦੇਣਾ ਪੈਂਦਾ ਸੀ ਵਪਾਰੀਆਂ ਨੂੰ ਉਪਜ ਖਰੀਦਣ ਵਾਸਤੇ। ਹੁਣ ਜੇ ਉਹ ਸਿਸਟਮ ਖਤਮ ਕਰਤਾ ਕਿ ਜੇ ਮੰਡੀ ਜਾਂਦੇ ਤਾਂ ਤੁਹਾਨੂੰ ਟੈਕਸ ਪੈਂਦਾ ਵਾ, ਬਟ ਜੇ ਬਾਹਰੋਂ ਬਾਹਰ ਖਰੀਦਦੇ ਆ ਤਾਂ ਕੋਈ ਟੈਕਸ ਨਹੀਂ ਪੈਂਦਾ। ਤਾਂ ਕੰਪਨੀਆਂ ਪ੍ਰੈਫਰ ਕਰਨਗੀਆਂ ਕਿ ਜਿਹੜੀ ਉਪਜ ਆ ਉਹ ਬਾਹਰੋਂ ਬਾਹਰ ਖਰੀਦਣ। ਤਾਂ ਹੁਣ ਇੱਥੇ ਮੇਨ ਦਿੱਕਤ ਇਹ ਹੈ ਕਿ ਅੱਗੇ ਜਿਹੜੀ ਕਿਸਾਨਾਂ ਨੂੰ MSP ਪ੍ਰਾਪਤ ਹੁੰਦੀ ਸੀ, ਨੋ ਡਾਊਟ ਉਹਦੀ ਵੀ ਦਿੱਕਤ ਰਹੀ ਆ ਕਿ MSP ਘੱਟ ਹੁੰਦੀ ਸੀ, ਪਰ ਹੁੰਦੀ ਤਾਂ ਸੀ ਨਾ ਪ੍ਰਾਪਤ। ਇੱਥੇ ਉਹਦੀ ਪ੍ਰੋਵੀਜ਼ਨ ਹੀ ਖਤਮ ਆ। ਕੰਪਨੀ MSP ਕਿਉਂ ਦੇਊਗੀ? ਬੇਸ਼ੱਕ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਬਾਰ-ਬਾਰ ਕਹਿ ਰਹੇ ਨੇ, ਟਵੀਟ ਵੀ ਕਰ ਰਹੇ ਨੇ ਕਿ MSP ਨੂੰ ਕੋਈ ਖਤਰਾ ਨਹੀਂ, MSP ਕਿਤੇ ਨਹੀਂ ਜਾਂਦੀ, ਪਰ ਸ਼ੋਰਟੀ ਵੀ ਕੀ ਆ? ਤਾਂ ਸ਼ੋਰਟੀ ਵੀ ਤਾਂ MSP ਦੀ ਕੋਈ ਹੈ ਨਹੀਂ ਨਾ। ਤਾਂ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਐਕਟ ਬਹੁਤ ਵਧੀਆ ਵਾ। ਅੱਗੇ ਦੋਸਤੋ ਇਹਦਾ ਸੈਕਸ਼ਨ 8 ਇਹ ਪ੍ਰੋਵੀਜ਼ਨ ਆ, ਸੈਕਸ਼ਨ 8 ਇਹ ਪ੍ਰੋਵਾਈਡ ਕਰਦਾ ਕਿ ਜੇ ਕੋਈ ਡਿਸਪਿਊਟ ਕਿਸਾਨ ਜਾਂ ਕੰਪਨੀ ਦੇ ਵਿਚਕਾਰ ਪੈ ਜਾਂਦਾ ਤਾਂ ਉਹ ਪ੍ਰਸ਼ਾਸਕੀ ਬਾਡੀ ਤੱਕ ਅਪਰੋਚ ਕਰਨਗੀਆਂ। ਦੋਸਤੋ ਪ੍ਰਸ਼ਾਸਕੀ ਬਾਡੀ ਇੱਥੇ ਪ੍ਰਸ਼ਾਸਕੀ ਬਾਡੀ ਕਹੀਏ ਤਾਂ ਉਹ SDM ਆ। ਜਦੋਂ ਕਿਸਾਨ ਜਾਂ ਕੰਪਨੀ ਜਾਂ ਦੋਵੇਂ SDM ਤੱਕ ਅਪਰੋਚ ਕਰਨਗੇ, ਇੱਕ ਕਮੇਟੀ ਬਣਾਊਗਾ। ਉਸ ਕਮੇਟੀ 'ਚ ਘੱਟ ਤੋਂ ਘੱਟ 2
ਵੱਧ ਤੋਂ ਵੱਧ 4 ਮੈਂਬਰ ਹੋਣਗੇ ਅਲੋਂਗ ਵਿਦ ਦ ਚੇਅਰਪਰਸਨ। ਇੱਕ ਚੇਅਰਪਰਸਨ ਹੋਊਗਾ। ਹੁਣ ਜਿਹੜੇ ਉਹ 2 ਜਾਂ 4 ਮੈਂਬਰਾਂ ਦੀ ਜੋ ਨਿਯੁਕਤੀ ਆ ਉਹ ਕੌਣ ਕਰੂਗਾ? SDM। ਕਿਸਾਨ ਜਾਂ ਕੰਪਨੀ ਰეკਮੈਂਡ ਕਰ ਸਕਦੇ ਆ ਜੀ ਇਹਨਾਂ ਬੰਦਿਆਂ ਨੂੰ ਤੁਸੀਂ ਮੈਂਬਰ ਬਣਾਓ ਜਿਨ੍ਹਾਂ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਨਾ ਵਾ। ਪਰ ਦੋਸਤ ਇੱਕ ਚੀਜ਼ ਦੇਖੀ ਜਾਵੇ, ਕਿਸਾਨ ਕਿਹਨੂੰ ਰეკਮੈਂਡ ਕਰੂਗਾ? ਨੋ ਡਾਊਟ ਕੰਪਨੀ ਰეკਮੈਂਡ ਕਰ ਸਕਦੀ ਆ। ਕੰਪਨੀ ਆਪਣਾ ਜੋ ਨੁਮਾਇੰਦਾ ਉਹ ਰეკਮੈਂਡ ਕਰ ਦੂ ਜੋ ਕੰਪਨੀ ਨੂੰ ਉੱਥੇ ਰਿਪਰੈਜ਼ੈਂਟ ਕਰੂ। ਪਰ ਕਿਸਾਨ ਤਾਂ ਕਿਸੇ ਨੂੰ ਰეკਮੈਂਡ ਕਰ ਨਹੀਂ ਸਕਦਾ। ਇੱਕ ਆਮ ਇਸ ਕਿਸਾਨ ਦੀ ਆਪਾਂ ਗੱਲ ਕਰਾਂਗੇ, ਉਹ ਰეკਮੈਂਡ ਨਹੀਂ ਕਰ ਸਕਦਾ ਕਿਸੇ ਨੂੰ ਵੀ। ਜੋ ਰეკਮੈਂਡ ਨਹੀਂ ਕਰਦਾ ਤਾਂ SDM 7 ਦਿਨਾਂ ਦੇ ਅੰਦਰ ਅੰਦਰ 7 ਦਿਨਾਂ ਦੇ ਅੰਦਰ ਅੰਦਰ ਇੱਥੇ ਸ਼ਬਦ ਲਿਖਿਆ ਵਾ, ਹੀ ਥਿੰਕਸ ਫਿਟ ਟੂ ਰਿਪਰੈਜ਼ੈਂਟ ਦੈਟ ਪਾਰਟੀ। ਉਹ ਜਿਹਨੂੰ ਠੀਕ ਸਮਝਦਾ ਹੋਵੇ। ਹੁਣ SDM ਜਿਹਨੂੰ ਠੀਕ ਸਮਝਦਾ ਉਹਨੂੰ ਨਿਯੁਕਤ ਕਰ ਸਕਦਾ ਵਾ ਜੋ ਪਾਰਟੀ ਨੂੰ ਰਿਪਰੈਜ਼ੈਂਟ ਕਰੇ। ਫਿਰ ਉਹ ਕਮੇਟੀ ਉਹ ਡਿਸਪਿਊਟ ਸੁਣੂਗੀ, ਉਸ ਡਿਸਪਿਊਟ 'ਤੇ ਬਾਅਦ 'ਚੋਂ ਆਪਣਾ ਡਿਸੀਜ਼ਨ ਦਊਗੀ। ਇੱਕ ਜੋ ਇਸ ਕਮੇਟੀ ਦਾ ਡਿਸੀਜ਼ਨ ਹੋਊਗਾ ਇੱਕ ਦੀਵਾਨੀ ਕੋਰਟ ਦੇ ਬਰਾਬਰ ਹੋਊਗਾ। ਸਿਵਲ ਕੋਰਟ ਇੰਗਲਿਸ਼ 'ਚ ਕਹਿ ਸਕਦੇ ਹਾਂ, ਪੰਜਾਬੀ 'ਚ ਦੀਵਾਨੀ ਕੋਰਟ ਦੇ ਬਰਾਬਰ ਹੋਊਗਾ। ਤਾਂ ਇਸ ਤੋਂ ਬਾਅਦ ਇੱਕ ਅਪੀਲ ਕਰ ਸਕਦਾ ਵਾ, ਉਹ ਕਨੈਕਟਰ ਕੋਲ ਜਾਊਗੀ। ਤਾਂ ਇਹ ਸਾਰਾ ਕੁਝ ਦੋਸਤੋ ਇਸ ਐਕਟ ਦੇ ਵਿੱਚ 2 ਚੀਜ਼ਾਂ ਨੇ ਜਿਹੜੀਆਂ ਮੇਨ ਆਪਣੇ ਸਮਝਣ ਵਾਲੀਆਂ ਨੇ ਇਸ ਐਕਟ 'ਚ। ਤਾਂ ਦੋਸਤੋ ਇਸ ਤੋਂ ਬਾਅਦ ਆਪਾਂ ਜੇ ਅੱਗੇ ਅਧਿਆਦੇਸ਼ ਦੀ ਕਰੀਏ, ਅਧਿਆਦੇਸ਼ ਦੇਖੀਏ ਤਾਂ ਉਹ ਹੈਗਾ ਵਾ ਜ਼ਰੂਰੀ ਵਸਤਾਂ ਅਧਿਨਿਯਮ 1955। ਉਹਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਕਰਕੇ ਸੈਕਸ਼ਨ 1A ਐਡ ਕੀਤਾ ਵਾ ਜ਼ਰੂਰੀ ਵਸਤਾਂ ਅਧਿਨਿਯਮ 'ਚ। ਇਹ 1955 'ਚ ਐਗਜ਼ਿਸਟ ਕਰਦਾ ਸੀ, ਪਰ ਇਹਨਾਂ ਨੇ ਅਮੈਂਡਮੈਂਟ ਕਰਕੇ ਜਿਹੜਾ ਸੈਕਸ਼ਨ 1A ਐਡ ਕੀਤਾ ਉਹ ਕੀ ਕਹਿੰਦਾ? ਉਹ ਇਹ ਕਹਿੰਦਾ ਕਿ ਜ਼ਰੂਰੀ ਵਸਤਾਂ 'ਤੇ ਜੋ ਅੱਗੇ ਰੋਕਥਾਮ ਸੀ ਭੰਡਾਰੀਕਰਨ ਦੀ ਉਹ ਰੋਕਥਾਮ ਚੱਕ ਦਿੱਤੀ ਗਈ ਆ। ਕਦੋਂ ਰੋਕਥਾਮ ਦੁਬਾਰਾ ਲੱਗ ਸਕਦੀ ਹੈ? ਸਿਰਫ ਜੇ ਜੰਗ ਆ, ਫਮਾਈਨ ਆ, ਕੋਈ ਐਕਸਟਰਾ ਆਰਡੀਨਰੀ ਕੰਡੀਸ਼ਨ ਆ ਗਈਆਂ ਜਾਂ ਫਿਰ ਕੋਵਿਡ ਵਰਗੀ ਮਹਾਮਾਰੀ ਆ ਗਈ ਤਾਂ ਉਹ ਕੰਡੀਸ਼ਨ ਅਪੋਜ਼ ਹੋ ਸਕਦੀਆਂ। ਨਹੀਂ, ਜ਼ਰੂਰੀ ਵਸਤਾਂ ਦੇ ਭੰਡਾਰਨ 'ਤੇ ਕੋਈ ਕੰਡੀਸ਼ਨ ਨਹੀਂ। ਹੁਣ ਦੋਸਤੋ ਜਿਹੜਾ ਬੰਦਾ ਥੋੜ੍ਹੀ ਵੀ ਸਮਝ ਰੱਖਦਾ ਉਹ ਸਮਝ ਸਕਦਾ ਵਾ ਕਿ ਵਸਤਾਂ ਦਾ ਭੰਡਾਰਨ ਕਰਦਾ ਕੌਣ ਆ? ਕਿਸਾਨ ਤਾਂ ਨਹੀਂ ਕਰਦਾ। ਫਿਰ ਕਿਸਾਨ ਵਾਸਤੇ ਕਿਵੇਂ ਹੋ ਗਿਆ ਬਈ? ਵਸਤਾਂ ਦਾ ਭੰਡਾਰਨ ਕਰਦੀਆਂ ਨੇ ਕੰਪਨੀਆਂ। ਤਾਂ ਸਾਡੀ ਮਾਣਯੋਗ ਸਰਕਾਰ ਨੇ ਕੰਪਨੀ ਨੂੰ ਦਿੱਤੀ ਸ਼ਕਤੀ ਕਿ ਤੁਸੀਂ ਜਿੰਨੇ ਮਰਜ਼ੀ ਵਸਤਾਂ ਦਾ ਭੰਡਾਰਨ ਕਰੋ। ਸਿਰਫ ਜੰਗ ਦੇ ਦੌਰਾਨ ਨਹੀਂ ਕਰਨੀਆਂ, ਮਹਾਮਾਰੀ ਦੇ ਦੌਰਾਨ ਨਹੀਂ ਕਰਨੀਆਂ। ਪਰ ਲੱਗਦਾ ਕਿ ਕੰਪਨੀ ਮੰਨ ਸਕਦੀ ਆ। ਹੁਣ ਰੋਕਥਾਮ ਆ, ਹੁਣ ਤੱਕ ਸੀ, ਵੈਸੇ ਮਾਫ਼ ਕਰਨਾ ਹੈਡੀ ਸੀ। ਹੁਣ ਤੱਕ ਰੋਕਥਾਮ ਸੀ ਕਿ ਤੁਸੀਂ ਇਸ ਤੋਂ ਵੱਧ ਭੰਡਾਰਨ ਨਹੀਂ ਕਰਨਾ। ਕੰਪਨੀਆਂ ਫਿਰ ਵੀ ਕਰਦੀਆਂ ਸੀ, ਪਰ ਹੁਣ ਤਾਂ ਰੋਕਥਾਮ ਚੱਕੀ ਗਈ। ਤਾਂ ਹੁਣ ਕੰਪਨੀਆਂ ਕੀ ਕਰਨਗੀਆਂ? ਤਾਂ ਦੋਸਤੋ ਇਸ ਤੋਂ ਬਾਅਦ ਤੀਜਾ ਅਧਿਨਿਯਮ ਆਪਾਂ ਦੇਖਦੇ ਹਾਂ, ਜਿਹਦੇ ਅਧੀਨ ਕੰਪਨੀ ਕਿਸਾਨ ਨਾਲ ਐਗਰੀਮੈਂਟ ਕਰਕੇ ਉਹਨੂੰ ਕੋਈ ਵੀ ਜਿਹੜੀ ਉਪਜ ਆ ਉਗਾਉਣ ਦੀ ਕਹਿ ਸਕਦੀ ਆ। ਦੋਸਤੋ ਕੁਝ ਚੀਜ਼ਾਂ ਆਪਾਂ ਝਾਤ ਮਾਰਾਂਗੇ। ਇਹਦੇ 'ਚ ਜੋ ਕਿਸਾਨ ਨਾਲ ਐਗਰੀਮੈਂਟ ਕਰਦਾ ਵਾ ਉਹਨੂੰ ਸਪੋਂਸਰ ਕਹਿੰਦੇ ਆ। ਤਾਂ ਮੈਂ ਇੱਥੇ ਸ਼ਬਦ ਸਪੋਂਸਰ ਹੀ ਯੂਜ਼ ਕਰੂੰਗਾ। ਤਾਂ ਕਿਸਾਨ ਅਤੇ ਸਪੋਂਸਰ ਦੇ ਵਿਚਕਾਰ ਜਿਹੜੇ ਐਗਰੀਮੈਂਟ ਹੋਣਗੇ ਜੋ ਸਪੈਸੀਫਿਕ ਐਕਟ 'ਚ ਮੈਂਸ਼ਨ ਆ, ਡੈਫੀਨੇਸ਼ਨ 'ਚ ਮੈਂਸ਼ਨ ਆ, ਉਹ 2 ਤਰ੍ਹਾਂ ਦੇ ਐਗਰੀਮੈਂਟ ਆ। ਫਸਟ ਐਗਰੀਮੈਂਟ ਹੈਗਾ ਟ੍ਰੇਡ ਐਂਡ ਕਮਰਸ ਐਗਰੀਮੈਂਟ। ਟ੍ਰੇਡ ਐਂਡ ਕਮਰਸ ਐਗਰੀਮੈਂਟ 'ਚ ਜਿੰਨਾ ਟਾਈਮ ਕਿਸਾਨ ਉਪਜ ਨੂੰ ਪ੍ਰੋਡਿਊਸ ਕਰ ਰਿਹਾ ਵਾ, ਪੱਕ ਨਹੀਂ ਜਾਂਦੀ, ਬਣ ਨਹੀਂ ਜਾਂਦੀ ਪੂਰੀ ਤਰ੍ਹਾਂ, ਉਨੀ ਦੇਰ ਓਨਰਸ਼ਿਪ ਕਿਸਾਨ ਦੀ ਰਹੂਗੀ। ਉਸ ਤੋਂ ਬਾਅਦ ਕੰਪਨੀ ਦੀ ਓਨਰਸ਼ਿਪ ਆ, ਕੰਪਨੀ ਉਹ ਤੋਂ ਸਾਰੀ ਜਿਹੜੀ ਉਪਜ ਆ ਉਹ ਪਰਚੇਜ਼ ਕਰੂਗੀ। ਸਾਰੀ ਵੀ ਕਰ ਸਕਦੇ ਜਾਂ ਜਿੰਨੀ ਕੰਪਨੀ ਦੀ ਮਰਜ਼ੀ ਉਨੀ ਉਪਜ ਪਰਚੇਜ਼ ਕਰੂਗੀ। ਦੂਜਾ ਐਗਰੀਮੈਂਟ ਆ ਦੋਸਤੋ ਇਹਦੇ 'ਚ ਪ੍ਰੋਡਕਸ਼ਨ ਐਗਰੀਮੈਂਟ। ਪ੍ਰੋਡਕਸ਼ਨ ਐਗਰੀਮੈਂਟ 'ਚ ਕੰਪਨੀ ਕਿਸਾਨ ਨੂੰ ਕਹਿ ਦੂਗੀ ਕਿ ਤੂੰ ਆਹ ਚੀਜ਼ ਆਪਣੀ ਜੋ ਖੇਤ 'ਚ ਉਗਾਉਣੀ ਆ, ਇਹਦੇ ਵਾਸਤੇ ਫਾਰਮਿੰਗ ਸਰਵਿਸ ਜੋ ਖੇਤੀ ਸਰਵਿਸ ਦੇਣੀਆਂ ਵਾ ਉਹ ਕੰਪਨੀ ਕੁਝ ਹਿੱਸਾ ਜਾਂ ਫਿਰ ਪੂਰੀਆਂ ਦੇ ਸਕਦੀ ਆ ਕਿਸਾਨ ਨੂੰ। ਇਹਦੇ 'ਚ ਮੈਂਸ਼ਨ ਆ। ਤੀਜਾ ਐਗਰੀਮੈਂਟ ਆ, ਤੀਜਾ ਖਾਸ ਐਗਰੀਮੈਂਟ ਨਹੀਂ, ਇਸ ਤੋਂ
ਇਹਨਾਂ ਦੇ ਹੀ ਕੋਈ ਸੇਮ ਐਗਰੀਮੈਂਟ ਕੰਪਨੀ ਕਰ ਸਕਦੀ ਆ। ਤੀਜਾ ਸਿਰਫ ਇੱਕ ਲਾਈਨ ਲਿਖੀ ਹੋਈ ਹੈ, ਕੋਈ ਇਹੋ ਜਿਹਾ ਸੇਮ ਐਗਰੀਮੈਂਟ ਕੰਪਨੀ ਕਰ ਸਕਦੀ। ਇਹਦੀ ਡੈਫੀਨੇਸ਼ਨ 'ਚ ਮੈਂਸ਼ਨ ਨਹੀਂ ਦੋਸਤੋ ਇਹ। ਤੀਜਾ ਆਪਾਂ ਕਰੀਏ ਤਾਂ ਸੈਕਸ਼ਨ 3 ਸਬਸੈਕਸ਼ਨ 3 ਦੋਸਤੋ ਇਹ ਦੱਸਦਾ ਵਾ ਕਿ ਜਿਹੜਾ ਇਹ ਐਗਰੀਮੈਂਟ ਹੋਊਗਾ ਇਹਦੀ ਸਮਾਵਧੀ ਕਿੰਨੀ ਹੋਊਗੀ, ਇਹ ਕਿੰਨੇ ਟਾਈਮ ਤੱਕ ਦਾ ਹੋਊਗਾ। ਤਾਂ ਘੱਟ ਤੋਂ ਘੱਟ ਇਹ 1 ਈਅਰ ਜਾਂ ਫਿਰ ਜਦੋਂ ਤੱਕ ਕੋਈ ਜਿਹੜੀ ਉਪਜ ਆ ਉਹ ਤਿਆਰ ਹੁੰਦੀ ਹੈ ਉਦੋਂ ਤੱਕ ਦਾ ਹੋਊਗਾ। ਮੈਕਸੀਮਮ 5 ਈਅਰ ਤੱਕ। ਪਰ ਇਹਨੂੰ ਵਧਾਇਆ ਵੀ ਜਾ ਸਕਦਾ, 5 ਈਅਰ ਤੋਂ ਜ਼ਿਆਦਾ ਵੀ ਕੀਤਾ ਜਾ ਸਕਦਾ। ਸੈਕਸ਼ਨ 3 ਸਬਸੈਕਸ਼ਨ 3। ਤਾਂ ਦੋਸਤੋ ਅੱਗੇ ਦਾ ਸੈਕਸ਼ਨ 4 ਆ ਜਾਂਦਾ ਵਾ। ਸੈਕਸ਼ਨ 4 ਸਬਸੈਕਸ਼ਨ 4 ਦੋਸਤੋ ਇਹ ਮੈਂਸ਼ਨ ਕਰਦਾ ਕਿ ਐਗਰੀਮੈਂਟ ਦੇ ਕੰਟੈਂਟ ਕੀ ਹੋਣਗੇ। ਜਦੋਂ ਐਗਰੀਮੈਂਟ ਕੀਤਾ ਜਾਊਗਾ ਉਹਦੇ 'ਚ ਮੈਂਸ਼ਨ ਕੀਤਾ ਜਾ ਸਕਦਾ ਜਿਹੜੀ ਉਪਜ ਕਿਸਾਨ ਉਗਾ ਰਿਹਾ ਵਾ ਉਹਦੀ ਯੋਗਤਾ ਕੀ ਹੋਊਗੀ। ਉਹਦੀ ਯੋਗਤਾ ਕੰਪਨੀ ਤੈਅ ਕਰੂਗੀ ਕਿ ਕੀ ਯੋਗਤਾ ਹੋਣੀ ਚਾਹੀਦੀ ਹੈ ਉਸ ਉਪਜ ਦੀ। ਮੇਬੀ ਕੰਪਨੀ ਸਪੈਸੀਫਾਈ ਕਰਦੇ ਬਈ ਤੂੰ ਆਹੀ ਵੀ ਖਰੀਦਣੇ ਤੇ ਹੀ ਆਪਣੀ ਉਪਜ ਉਗਾਉਣੀ ਆ। ਰੇਟ ਕੀ ਦੇਣਾ ਵਾ ਉਹ ਵੀ ਉਸ ਐਗਰੀਮੈਂਟ 'ਚ ਤੈਅ ਕੀਤਾ ਜਾਊਗਾ। ਹੋਰ ਕੋਈ ਸ਼ਰਤਾਂ ਸਪੈਸੀਫਿਕ ਮੈਂਸ਼ਨ ਨਹੀਂ ਕੀਤਾ, ਸਿਰਫ ਇਹ ਮੈਂਸ਼ਨ ਕੀਤਾ ਕਿ ਕਿਸਾਨ ਤੇ ਸਪਾਂਸਰ ਆਪ ਦੀ ਸਹਿਮਤੀ ਨਾਲ ਜੋ ਸ਼ਰਤਾਂ ਰੱਖਣਾ ਚਾਹੁੰਦਾ ਉਹ ਸ਼ਰਤਾਂ ਰੱਖ ਸਕਦਾ ਵਾ ਉਸ ਐਗਰੀਮੈਂਟ 'ਚ। ਪਰ ਦੋਸਤੋ ਸ਼ਰਤਾਂ ਕਿਸਾਨ ਦੇ ਅਕੋਰਡਿੰਗ ਰੱਖੀਆਂ ਜਾਣਗੀਆਂ। ਉਹ ਸ਼ਰਤਾਂ ਰੱਖੀਆਂ ਜਾਣਗੀਆਂ ਕੰਪਨੀ ਦੇ ਅਕੋਰਡਿੰਗ। ਤਾਂ ਇਹਦਾ ਸੈਕਸ਼ਨ 4 ਸਬਸੈਕਸ਼ਨ 4 ਅੱਗੇ ਤਾਂ ਸੇਮ ਇਹੀ ਗੱਲ ਕਰ ਰਿਹਾ ਕਿ ਉਹਦੀ ਜੋ ਯੋਗਤਾ, ਉਹਦਾ ਪ੍ਰਾਈਜ਼, ਜੋ ਹੋਰ ਸ਼ਰਤਾਂ ਹੋਣਗੀਆਂ ਉਹ ਸਾਰੀਆਂ ਉਹ ਐਗਰੀਮੈਂਟ 'ਚ ਮੌਜੂਦ ਹੋ ਸਕਦੀਆਂ ਨੇ। ਤਾਂ ਦੋਸਤੋ ਸੈਕਸ਼ਨ 5 ਅੱਗੇ ਸੈਕਸ਼ਨ 5 ਇਹ ਕਹਿ ਰਿਹਾ ਕਿ ਜੋ ਪ੍ਰਾਈਜ਼ ਦੇਣਾ ਤਾਂ ਬਾਅਦ 'ਚੋਂ ਆ, ਜਦੋਂ ਉਪਜ ਪੱਕ ਜਾਂਦੀ ਆ ਉਦੋਂ ਦੇਣਾ ਵਾ, ਪਰ ਉਹ ਡੈਟਰਮਾਈਂਡ ਪਹਿਲੇ ਕੀਤਾ ਜਾਊਗਾ, ਐਗਰੀਮੈਂਟ 'ਚ ਕੀਤਾ ਜਾਊਗਾ। ਐਗਰੀਮੈਂਟ 'ਚ ਰਿਟਨ ਕੀਤਾ ਜਾਊਗਾ ਵੀ ਆਹ ਤੈਨੂੰ ਪ੍ਰਾਈਜ਼ ਦੇਣਾ ਵਾ, ਉਹ ਬੇਸ਼ੱਕ ਦੇਣਾ ਬਾਅਦ 'ਚੋਂ ਆ। ਤਾਂ ਅੱਗੇ ਦੋਸਤੋ ਇਹਦਾ ਆ ਜਾਂਦਾ ਸੈਕਸ਼ਨ 6 ਸਬਸੈਕਸ਼ਨ 3 ਕਲਾਊਜ਼ B। ਦੋਸਤੋ ਇਹ 'ਚ ਕਲੀਅਰ ਕੱਟ ਲਿਖਿਆ ਵਾ ਕਿ ਜਿਹੜੀ ਪੇਮੈਂਟ ਆ ਉਹ ਜਿਹੜੀ ਪ੍ਰੋਡਿਊਸ ਜਦੋਂ ਪ੍ਰੋਵਾਈਡ ਕਰਾਈ ਜਾਣੀ ਆ, ਰეკਮੈਂਡ ਕਰਾਈ ਜਾਣੀ ਆ, ਉਦੋਂ ਹੀ ਹੋਣੀ ਚਾਹੀਦੀ ਆ ਪੇਮੈਂਟ। ਇਸ ਕਲੀਅਰ ਕੱਟ ਇਹਦੇ 'ਚ ਮੈਂਸ਼ਨ ਆ। ਤਾਂ ਦੋਸਤੋ ਸਭ ਤੋਂ ਜਿਹੜੀ ਖਤਰਨਾਕ ਚੀਜ਼, ਸਾਡੇ ਵਾਸਤੇ ਖਤਰਨਾਕ ਚੀਜ਼ ਆ, ਕਿਸਾਨਾਂ ਵਾਸਤੇ ਖਤਰਨਾਕ ਚੀਜ਼ ਆ, ਉਹ ਆ ਸੈਕਸ਼ਨ 11। ਸੈਕਸ਼ਨ 11 ਸਾਫ਼-ਸਾਫ਼ ਸ਼ਬਦਾਂ 'ਚ ਇਹ ਕਹਿ ਰਿਹਾ ਵਾ ਐਟ ਐਨੀ ਟਾਈਮ ਆਫਟਰ ਇੰਟਰਟੇਨਿੰਗ ਇਨਟੂ ਦਾ ਫਾਰਮਿੰਗ ਐਗਰੀਮੈਂਟ the parties to such agreement may with mutual consent enter or terminate such agreement or any reasonable clause। ਸੈਕਸ਼ਨ 11 ਇਸ ਐਕਟ ਦਾ ਇਹ ਕਹਿ ਰਿਹਾ ਵਾ ਕਿ ਕਿਸੇ ਵੀ ਟਾਈਮ, ਕਿਸੇ ਵੀ ਸਮੇਂ ਐਗਰੀਮੈਂਟ ਹੋਣ ਤੋਂ ਬਾਅਦ ਦੋਵੇਂ ਪਾਰਟੀਆਂ ਆਪਸੀ ਸਹਿਮਤੀ ਨਾਲ ਜਾਂ ਤਾਂ ਪੂਰੇ ਦਾ ਪੂਰਾ ਐਗਰੀਮੈਂਟ ਜਾਂ ਫਿਰ ਉਹਦਾ ਕੋਈ ਵੀ ਇੱਕ ਅੱਧੀ ਚੀਜ਼ ਵਿੱਚੋਂ ਕਿਸੇ ਵੀ ਸਮੇਂ ਕੱਢ ਸਕਦੀ ਆ, ਐਡ ਕਰ ਸਕਦੀ ਆ ਜਾਂ ਫਿਰ ਉਹਨੂੰ ਅਮੈਂਡ ਕਰ ਸਕਦੀ ਆ ਕਿਸੇ ਵੀ ਸਮੇਂ। ਦੋਸਤੋ ਸਭ ਤੋਂ ਖਤਰਨਾਕ ਚੀਜ਼ ਹੀ ਇਹੀ ਆ। ਹੁਣ ਕੰਪਨੀ ਆਪਦੇ ਬੈਨੀਫਿਟ ਵਾਸਤੇ ਕਿਸੇ ਵੀ ਸਮੇਂ ਐਗਰੀਮੈਂਟ ਚੇਂਜ ਕਰ ਸਕਦੀ ਆ, ਨੋ ਡਾਊਟ। ਇੱਥੇ ਮੈਂਸ਼ਨ ਕੀਤਾ ਹੋਇਆ ਕਿ ਆਪਸੀ ਸਹਿਮਤੀ, ਪਰ ਉੱਥੇ ਆਪਸੀ ਸਹਿਮਤੀ ਕਿੰਨੀ ਕੁ ਹੋਊਗੀ? ਕੰਪਨੀ ਦਾ ਕਿਸੇ ਵੀ ਸਮੇਂ ਆਪਦਾ ਐਗਰੀਮੈਂਟ ਚੇਂਜ ਕਰਕੇ ਕਿਸਾਨ ਨੂੰ ਫੜਾ ਸਕਦੀ ਆ, ਜੀ ਐਗਰੀਮੈਂਟ ਚੇਂਜ ਕੀਤਾ, ਕਰਦੇ ਸਾਈਨ, ਤਾਂ ਉੱਥੇ ਕੀ ਕਰਾਂਗੇ? ਤਾਂ ਦੋਸਤੋ ਇੱਕ ਚੀਜ਼ ਆ, ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਆਈ ਐਮ ਸੌਰੀ ਟੂ ਸੇ, ਸਾਨੂੰ ਇੰਡੀਅਨਸ ਨੂੰ ਪੜ੍ਹਨ ਦੀ ਆਦਤ ਹੀ ਹੈ ਨਹੀਂ। ਅਸੀਂ ਤਾਂ ਇਹ ਕਹਿੰਦੇ ਜੀ ਮੋਟਾ ਮੋਟਾ ਸਮਝਾ ਦੇ। ਅਸੀਂ ਜਦੋਂ ਬੀਮਾ ਵੀ ਕਰਾਉਂਦੇ ਹਾਂ, ਬੀਮਾ ਤਾਂ ਅਸੀਂ ਉਹਦੀ ਟਰਮ ਐਂਡ ਕੰਡੀਸ਼ਨ ਪੜ੍ਹਦੇ ਹਾਂ, ਕਦੇ ਵੀ ਨਹੀਂ। ਤਾਂ ਫਿਰ ਸਾਨੂੰ ਧੱਕੇ ਖਾਣੇ ਪੈਂਦੇ ਆ ਕਚਹਿਰੀਆਂ 'ਚ। ਪਰ ਇੱਥੇ ਤਾਂ ਕਚਹਿਰੀਆਂ 'ਚ ਧੱਕੇ ਖਾਣ ਦੀ ਪ੍ਰੋਵੀਜ਼ਨ ਹੀ ਖਤਮ ਕਰਤੀ। ਸਾਫ਼-ਸਾਫ਼ ਸ਼ਬਦਾਂ 'ਚ ਲਿਖਿਆ ਕਿ ਕਿਸਾਨ ਕੋਰਟ ਤੱਕ ਅਪਰੋਚ ਨਹੀਂ ਕਰ ਸਕਦਾ।
जाऊगा तो प्रशासकीय बॉडी तक जाऊगा। सेम वही एसडीएम कमेटी नियुक्त करूगा, कमेटी फैसला करूगी। दोस्तों ਜਿਹੜਾ ਇਸ ਇਹ ਐਗਰੀਮੈਂਟ ਐਕਟ ਆ ਤੇ ਉਹ ਜਿਹੜਾ ਦੂਸਰਾ ਐਕਟ ਆ ਵੀ ਕਿਸਾਨ ਆਪਦੀ ਜਿਹੜੀ ਉਪਜ ਆ ਕਿਤੇ ਵੀ ਵੇਚ ਸਕਦਾ, ਇਹਨਾਂ ਦੋਵਾਂ ਅਧਿਆਦੇਸ਼ਾਂ 'ਚ ਨਾ ਇੱਕ ਚੀਜ਼ ਸੇਮ ਆ। ਉਹ ਇਹ ਆ ਕਿ ਕਿਸਾਨ ਕੋਰਟ ਨਹੀਂ ਜਾ ਸਕਦਾ, ਜੁਡੀਸ਼ੀਅਲ ਕੋਰਟ ਨਹੀਂ ਜਾ ਸਕਦਾ, ਨਿਆਇਕ ਕੋਰਟ ਨਹੀਂ ਜਾ ਸਕਦਾ। ਹਾਂ, ਪ੍ਰਸ਼ਾਸਕੀ ਕੋਰਟ ਜਾ ਸਕਦਾ ਵਾ, ਪਰ ਜਿੰਨੇ ਵੀ ਪ੍ਰਸ਼ਾਸਕੀ ਆਫਿਸਰ ਉਹ ਤਾਂ ਸਰਕਾਰ ਦੇ ਅੰਡਰ ਆ, ਅਤੇ ਸਰਕਾਰ ਆਪਾਂ ਨੂੰ ਪਤਾ ਹੀ ਹੈ ਕਿ ਖੁਸ਼ਕਿਸਮਤੀ ਨਾਲ ਕੰਪਨੀਆਂ ਦਾ ਪੱਖ ਪੂਰਦੀ ਹਮੇਸ਼ਾ ਹੀ। ਤਾਂ ਇੱਥੇ ਕਿਸਾਨਾਂ ਦਾ ਪੱਖ ਕੌਣ ਪੂਰੂ? ਅਸੀਂ ਕਿਸਾਨਾਂ ਤੋਂ ਨਿਆਂ ਮੰਗਣ ਦੀ ਜੋ ਤਾਕਤ ਆ, ਨਿਆਂ ਮੰਗਣ ਦਾ ਹੱਕ ਹੀ ਖੋਈ ਜਾਂਦੇ ਹਾਂ। ਇੱਕ ਹੋਰ ਚੀਜ਼ ਇਹਨਾਂ ਦੀ ਨਿਯਮਾਂ 'ਚ ਲਿਖੀ ਆ, ਇੱਕ ਇਹ ਐਗਰੀਮੈਂਟ ਅਤੇ ਜਿਹੜਾ ਦੂਸਰਾ ਵਾ ਕਿਸਾਨ ਕਿਤੇ ਵੀ ਆਪਦੀ ਉਪਜ ਵੇਚ ਸਕਦਾ, ਕਿ ਕਿਸਾਨ ਸੈਂਟਰ ਗੌਰਮੈਂਟ, ਸਟੇਟ ਗੌਰਮੈਂਟ ਜਾਂ ਕਿਸੇ ਵੀ ਹੋਰ ਵਿਅਕਤੀ ਜਿਹੜਾ ਕਿ ਉਹਨਾਂ ਦੁਆਰਾ ਨਿਯੁਕਤ ਕੀਤਾ ਉਹਨੂੰ ਸੂਹ ਨਹੀਂ ਕਰ ਸਕਦਾ ਕਿਸੇ ਵੀ ਕੋਰਟ 'ਚ। ਜਦੋਂ ਕੋਰਟ 'ਚ ਜਾਣ ਦੀ ਪਾਵਰ ਹੀ ਨਹੀਂ ਤਾਂ ਸੂਹ ਕਿੱਥੇ ਕਰੂਗਾ? ਤਾਂ ਇਹ ਸੀਗੇ ਦੋਸਤੋ ਇਹ ਅਧਿਨਿਯਮ, ਜੋ ਮੇਨ ਸੈਕਸ਼ਨ ਜੋ ਆਪਣੇ ਵਿਚਾਰ ਚਰਚਾ ਕਰਨ ਵਾਲੇ ਸੀਗੇ। ਤਾਂ ਹੁਣ ਇਹ ਜੋ ਅਧਿਆਦੇਸ਼ ਆ ਇਹ ਪਾਸ ਹੋ ਚੁੱਕੇ ਰਾਜ ਸਭਾ 'ਚ। ਹੁਣ ਇਹ ਰਾਸ਼ਟਰਪਤੀ ਜੀ ਮਨਜ਼ੂਰੀ ਵਾਸਤੇ ਰੱਖੇ ਹੋਏ ਨੇ। ਰਾਸ਼ਟਰਪਤੀ ਜੀ ਤੇ ਕੀ ਕਰ ਸਕਦੇ ਆ, ਕੀ ਕਰਦੇ ਆ ਜਾਂ ਕੀ ਨਹੀਂ ਕਰਦੇ, ਇਹ ਤਾਂ ਉਹਨਾਂ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਦੱਸਣਗੇ। ਪਰ ਰਾਸ਼ਟਰਪਤੀ ਜੀ ਜਾਂ ਤਾਂ ਇਹਨੂੰ ਵਾਪਸ ਭੇਜ ਸਕਦੇ, ਹੁਣ ਕਹਿ ਸਕਦੇ ਦੋਵਾਂ ਸਦਨਾਂ ਨੂੰ ਕਿ ਇਹਨੂੰ ਵਿਚਾਰ ਚਰਚਾ ਕਰੋ ਭਾਈ, ਪਰ ਹੋ ਸਕਦਾ ਰਾਸ਼ਟਰਪਤੀ ਸਾਹਿਬ ਇਹਨੂੰ ਵਾਪਸ ਭੇਜ ਦੇਣ ਤਾਂ ਜੋ ਕੁਛ ਇਹਨਾਂ ਸਦਨਾਂ 'ਚ ਹੋਇਆ ਸੇਮ ਉਹੀ ਹੋਵੇ। ਜਿਵੇਂ ਰਾਜ ਸਭਾ 'ਚ ਧੱਕੇ ਨਾਲ ਇਹ ਪਾਸ ਕਰ ਦਿੱਤਾ ਗਿਆ ਵਾ, ਦੁਬਾਰਾ ਵੀ ਤਾਂ ਕੀਤੇ ਜਾ ਸਕਦਾ, ਕਿਉਂਕਿ ਰਾਜ ਸਭਾ 'ਚ ਮੈਜੋਰਿਟੀ ਨਹੀਂ ਮੌਜੂਦਾ ਸਰਕਾਰ ਦੀ, ਪਰ ਫਿਰ ਵੀ ਇਹਨੂੰ ਪਾਸ ਕਰ ਦਿੱਤਾ ਗਿਆ। ਦੂਜੀ ਜੋ ਰਾਸ਼ਟਰਪਤੀ ਸਾਹਿਬ ਕੋਲ ਪਾਵਰ ਆ, ਬੜੀ ਸੋਹਣੀ ਪਾਵਰ ਆ, ਪਾਕਟ ਵਿਟੋ। ਇਹ ਕਿਹਾ ਜਾਂਦਾ, ਕਹਾਵਤ ਆ ਕਿ ਦੁਨੀਆ ਦੀ ਸਭ ਤੋਂ ਵੱਡੀ ਜੇਬ ਆ ਰਾਸ਼ਟਰਪਤੀ ਦੀ ਜੇਬ। ਤਾਂ ਰਾਸ਼ਟਰਪਤੀ ਪਾਕਟ ਵਿਟੋ ਹੁੰਦੀ ਆ ਕਿ ਰਾਸ਼ਟਰਪਤੀ ਆਪਣੀ ਜੇਬ 'ਚ ਪਾ ਕੇ ਰੱਖ ਸਕਦਾ, ਉਹਦੀ ਕੋਈ ਸਮਾਪਤੀ ਨਹੀਂ, ਜਦੋਂ ਤੱਕ ਮਰਜ਼ੀ। ਤਾਂ ਉਹ ਫਿਰ ਉਦੋਂ ਉਨੀ ਦੇਰ ਤੱਕ ਮਾਨਤਾ ਨਹੀਂ ਇਹਨੂੰ ਮਿਲ ਸਕਦੀ। ਤਾਂ ਦੋ ਪਾਵਰਾਂ ਨੇ ਜਿਹੜੀਆਂ ਸਾਡਾ ਰਾਸ਼ਟਰਪਤੀ, ਪਾਵਰਾਂ ਹੋਰ ਵੀ ਨੇ ਪਰ ਮੇਨ ਪਾਕਟ ਵਿਟੋ ਪਾਵਰ ਜ਼ਿਆਦਾ ਪਾਵਰਫੁਲ ਹੁੰਦਾ ਸਾਡੇ ਰਾਸ਼ਟਰਪਤੀ ਸਾਹਿਬ ਦੀ, ਜੋ ਯੂਜ਼ ਕਰ ਸਕਦਾ। ਪਰ ਹੁਣ ਸਾਡੇ ਰਾਸ਼ਟਰਪਤੀ ਜੀ ਕੀ ਕਰਦੇ ਨੇ ਇਹਨੂੰ ਸਾਡੇ ਹੋਪਸ ਹੋ ਕੇ ਪ੍ਰਧਾਨ ਮੰਤਰੀ ਸਾਹਿਬ ਦੱਸਣਗੇ। ਬਾਕੀ ਹੁਣ ਵਿਚਾਰ ਚਰਚਾ ਕਰਕੇ ਇਹ ਤਾਂ ਆਮ ਬੰਦੇ ਨੂੰ ਵੀ ਪਤਾ ਕਿ ਇਹ ਕ੍ਰਾਂਤੀਕਾਰੀ ਬਿੱਲ, ਇਹ ਕ੍ਰਾਂਤੀਕਾਰੀ ਅਧਿਨਿਯਮ ਹੈ, ਇਹ ਕ੍ਰਾਂਤੀਕਾਰੀ ਅਧਿਆਦੇਸ਼ ਆ ਫॉर द ਕੰਪਨੀਜ਼। ਕਿਸਾਨਾਂ ਵਾਸਤੇ ਨਹੀਂ ਹੈਗੇ, ਕੰਪਨੀਜ਼ ਵਾਸਤੇ ਬੜੇ ਕ੍ਰਾਂਤੀਕਾਰੀ ਨੇ। ਤਾਂ ਜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਕੰਪਨੀਆਂ ਨੂੰ ਫਾਇਦਾ ਦੇਣਾ ਚਾਹੁੰਦੇ ਨੇ, ਜੇ ਕਿ ਦੇਣਾ ਹੀ ਚਾਹੁੰਦੇ ਨੇ, ਕੰਪਨੀ ਨੂੰ ਫਾਇਦਾ ਦੇਣਾ ਚਾਹੁੰਦੇ ਨੇ, ਇਸ ਕਰਕੇ ਇਹਨਾਂ ਨੂੰ ਪਾਸ ਕਰਨਗੇ। ਜੇ ਕਿਸਾਨਾਂ ਬਾਰੇ ਥੋੜ੍ਹਾ ਵੀ ਸੋਚਦੇ ਹੋਣ ਤਾਂ ਇਹ ਬਿੱਲ ਪਾਸ ਨਹੀਂ ਹੋਣੇ ਚਾਹੀਦੇ, ਰਾਸ਼ਟਰਪਤੀ ਸਾਹਿਬ ਨਹੀਂ ਪਾਸ ਕਰਨਗੇ ਇਹਨੂੰ। ਥੈਂਕ ਯੂ।